ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਬੜੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 67ਵੇਂ ਵਿੱਚ ਅੱਜ ਆਪਾਂ ਕਿਸ ਤਰ੍ਹਾਂ ਲੁਬਾਣੇ ਸਿੱਖ ਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ, ਇਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪਿਆਰ ਅਤੇ ਸਤਿਕਾਰ ਨਾਲ ਇਹ ਪ੍ਰਸੰਗ ਸਰਵਣ ਕਰੀਏ। ਪਿਆਰੀ ਸਾਧ ਸੰਗਤ ਜੀ, ਜਦ ਵੀ ਜਗਤ ਦੀ ਮਰਿਆਦਾ ਵਿਗੜਦੀ ਹੈ ਤਦ ਅਕਾਲ ਪੁਰਖ ਕਿਸੇ ਅਵਤਾਰ ਨੂੰ ਇਸ ਧਰਤੀ ਉੱਤੇ ਭੇਜਦਾ ਹੈ ਤੇ ਇਸ ਤਰ੍ਹਾਂ ਅਕਾਲ ਪੁਰਖ ਧਰਮ ਦੀ ਪਾਲਣਾ ਕਰਵਾਉਂਦਾ ਹੈ। ਸਾਰੇ ਦੇਵਤੇ ਗੁਰੂ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰ ਰਹੇ ਸਨ ਅਤੇ ਇਸ ਤਰ੍ਹਾਂ ਕਹਿ ਰਹੇ ਸਨ ਕਿ ਜੇ ਧਰਮ ਦਾ ਨਾਸ਼ ਹੋ ਜਾਵੇ ਤਾਂ ਸਾਡੇ ਸਮੇਤ ਜੱਗ ਵਿੱਚ ਕੋਈ ਨਹੀਂ ਰਹੇਗਾ। ਪਰਮਾਤਮਾ ਪਹਿਲਾਂ ਸਾਰਿਆਂ ਦੀ ਉਤਪਤੀ ਕਰਦਾ ਹੈ, ਫਿਰ ਉਹਨਾਂ ਦੀ ਪ੍ਰਤਿਪਾਲਣਾ ਚੰਗੀ ਤਰ੍ਹਾਂ ਕਰਦਾ ਹੈ। ਜਿਹੜਾ ਮਰਿਆਦਾ ਦੇ ਉਲਟ ਕਾਰਜ ਕਰਦਾ ਹੈ ਉਸ ਨੂੰ ਪਰਮਾਤਮਾ ਮਾਰਦਾ ਹੈ। ਪਰਮਾਤਮਾ ਸਦਾ ਹੀ ਸਭ ਦਾ ਰਖਵਾਲਾ ਬਣਦਾ ਹੈ। ਦੇਵਤਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਉਸਤਤੀ ਕੀਤੀ, ਜਿਸ ਦੀ ਅਸੀਂ ਵਿਚਾਰ ਨਹੀਂ ਕਰ ਸਕਦੇ। ਸਾਰੇ ਦੇਵਤੇ ਗੁਰੂ ਜੀ ਦੀ ਜੈ ਜੈਕਾਰ ਕਰ ਰਹੇ ਸਨ। ਗੁਰੂ ਜੀ ਦੇਵਤਿਆਂ ਨੂੰ ਕਹਿ ਰਹੇ ਸਨ, ਨਿਸ਼ਚਿੰਤ ਰਹੋ, ਤੁਰਕਾਂ ਦੀ ਜੜ ਪੁੱਟੀ ਗਈ ਹੈ, ਰਾਜ ਦਾ ਤੇ ਪ੍ਰਤੀ ਦਿਨ ਨਾਸ਼ ਹੁੰਦਾ ਜਾਵੇਗਾ। ਗੁਰੂ ਗੋਬਿੰਦ ਸਿੰਘ ਨਵਾਂ ਪੰਥ ਪੈਦਾ ਕਰਨਗੇ। ਉਹ ਯੁੱਧਾਂ ਦੀ ਰਚਨਾ ਕਰਕੇ ਹੌਲੀ ਹੌਲੀ ਇਹਨਾਂ ਨੂੰ ਖਤਮ ਕਰ ਦੇਣਗੇ। ਤੁਰਕਾਂ ਦਾ ਨਗਾਰਚੀ ਜਾਂ ਨਗਾਰਾ ਬੰਨ੍ਹਣ ਵਾਲਾ ਤੱਕ ਨਹੀਂ ਰਹੇਗਾ। ਇਸ ਤਰ੍ਹਾਂ ਦੇ ਭਿਆਨਕ ਨਾਸ਼ ਨੂੰ ਪ੍ਰਾਪਤ ਹੋਣਗੇ। ਸਤਿਗੁਰੂ ਜੀ ਤਾਂ ਸੱਚਖੰਡ ਨੂੰ ਚਲੇ ਗਏ। ਦੇਵਤਿਆਂ ਨੇ ਖੜੇ ਹੋ ਕੇ ਜੈ ਜੈ ਦੇ ਬਚਨ ਕਹੇ। ਹੁਣ ਦਿੱਲੀ ਨਗਰ ਵਿੱਚ ਜਿਵੇਂ ਪ੍ਰਸੰਗ ਹੋਇਆ ਉਹ ਇਸ ਪ੍ਰਕਾਰ ਵਾਪਰਿਆ। ਜਦ ਸਤਿਗੁਰੂ ਜੀ ਦਾ ਸੀਸ ਉਤਰ ਗਿਆ ਤਾਂ ਅਚਾਨਕ ਬਾਦਸ਼ਾਹ ਦੇ ਹਿਰਦੇ ਵਿੱਚ ਹੌਲ ਉੱਠਿਆ। ਧੂੜ ਅਤੇ ਕੰਕਰਾਂ ਨੂੰ ਖਿੱਚਦੀ ਹੋਈ ਪੌਣ ਬੜੇ ਜ਼ੋਰ ਨਾਲ ਉੱਥੇ ਪਹੁੰਚੀ ਜਿਸ ਘਰ ਵਿੱਚ ਨੌਰੰਗਾ ਟਿਕਿਆ ਹੋਇਆ ਸੀ। ਉਹ ਸਥਾਨ ਹਿੱਲ ਗਿਆ ਤਾਂ ਬਹੁਤ ਡਰ ਉਤਪੰਨ ਹੋਇਆ ਤੇ ਧੀਰਜ ਅਤੇ ਖੁਸ਼ੀ ਤੁਰੰਤ ਹੀ ਦੂਰ ਹੋ ਗਈ। ਨੌਰੰਗਾ ਦਿਲ ਵਿੱਚ ਹੈਰਾਨ ਹੋਇਆ, ਚਾਰੇ ਕੋਨਿਆਂ ਵੱਲ ਵੇਖ ਰਿਹਾ ਸੀ। ਤੁਰੰਤ ਆਨੰਦ ਦੇ ਵਿਲਾਸ ਦਾ ਨਾਸ਼ ਹੋ ਗਿਆ। ਮੱਤ ਦਾ ਅੰਨਾ ਸੋਚਦਾ ਸੀ, ਇਹ ਕੀ ਹੋ ਗਿਆ ਹੈ? ਮਾਨੋ ਜਮਦੂਤਾਂ ਨੇ ਆ ਕੇ ਬੰਨ੍ਹ ਲਿਆ ਸੀ। ਬੁੱਲ੍ਹਾਂ ਉੱਤੇ ਜ਼ੁਬਾਨ ਬਹੁਤ ਫੇਰਦਾ ਸੀ, ਬਾਰ-ਬਾਰ ਦਰਵਾਜ਼ੇ ਵੱਲ ਵੇਖਦਾ ਸੀ। ਐਨੇ ਵਿੱਚ ਉਹ ਉਮਰਾਵ ਆਏ ਅਤੇ ਸੈਯਦ ਨੇ ਨੰਗੀ ਤਲਵਾਰ ਚੁੱਕੀ ਹੋਈ ਸੀ ਤੇ ਮੁਲਾਣਿਆਂ ਸਹਿਤ ਬੜਾ ਅਚਰਜ ਧਾਰਨ ਕੀਤਾ ਹੋਇਆ ਸੀ। ਕਈ ਆਪਸ ਵਿੱਚ ਗੱਲਾਂ ਕਰਦੇ ਸਨ। ਨੌਰੰਗੇ ਨੂੰ ਸਲਾਮ ਕਰਕੇ ਖੜੇ ਹੋ ਗਏ। ਸਾਰਿਆਂ ਨੂੰ ਵੇਖ ਕੇ ਨੌਰੰਗੇ ਨੇ ਪੁੱਛਿਆ, ਕੀ ਕੀਤਾ ਅਤੇ ਕੀ ਵੇਖਿਆ? ਉੱਥੇ ਸਾਰੀ ਵਾਰਤਾ ਕਿਵੇਂ ਹੋਈ? ਤਦ ਉਮਰਾਵਾਂ ਨੇ ਸੈਯਦ ਨੂੰ ਪ੍ਰੇਰਿਆ ਤਾਂ ਉਸਨੇ ਸਾਰਾ ਬ੍ਰਿਤਾਂਤ ਉਚਾਰਨ ਕੀਤਾ। ਜਦ ਅਸੀਂ ਤੁਹਾਡਾ ਹੁਕਮ ਲੈ ਕੇ ਗਏ ਤਾਂ ਗੁਰੂ ਜੀ ਪਿੰਜਰੇ ਵਿੱਚ ਬੈਠੇ ਵੇਖ ਰਹੇ ਸਨ। ਅਸੀਂ ਸਮਝਾਉਣ ਵਾਸਤੇ ਕੁਝ ਬਚਨ ਕਹੇ, ਫਿਰ ਅਸੀਂ ਕਰਾਮਾਤ ਪਰਖਣੀ ਚਾਹੀ। ਇਹ ਸੁਣ ਕੇ ਬਾਹਰ ਨਿਕਲ ਕੇ ਇਸ਼ਨਾਨ ਕੀਤਾ ਤੇ ਸਿਰ ਨਿਵਾ ਕੇ ਫਿਰ ਸਜਦਾ ਕੀਤਾ। ਤਦ ਆਪਣੇ ਸਾਰੇ ਜ਼ੋਰ ਨਾਲ ਮੈਂ ਤਲਵਾਰ ਚਲਾਈ, ਪਰ ਉਹ ਧੌਣ ਨੂੰ ਨਾ ਲੱਗ ਸਕੀ। ਧੜ ਨਾਲੋਂ ਸਿਰ ਪਹਿਲਾਂ ਹੀ ਉਤਰ ਗਿਆ, ਮਾਨੋ ਪਹਿਲਾਂ ਸਿਰ ਲੱਗਾ ਹੀ ਨਹੀਂ ਸੀ। ਜਿਵੇਂ ਕਾਗਜ਼ ਤਲਵਾਰ ਦੀ ਧਾਰ ਤੇ ਬੰਨਿਆ ਸੀ, ਵੇਖ ਲਵੋ ਉਹ ਹੁਣ ਤੱਕ ਉਸ ਤਰ੍ਹਾਂ ਹੀ ਲੱਗਾ ਹੈ। ਕਾਗਜ਼ ਰਤਾ ਭਰ ਵੀ ਕੱਟਿਆ ਨਹੀਂ ਗਿਆ ਤੇ ਨਾ ਹੀ ਧਾਗਾ ਟੁੱਟਾ ਹੈ, ਪਹਿਲਾਂ ਵਾਂਗ ਹੀ ਤਲਵਾਰ ਨੂੰ ਲੱਗਾ ਹੈ। ਜਿਵੇਂ ਸਾਰਿਆਂ ਨੂੰ ਪਹਿਲਾਂ ਕਿਹਾ ਸੀ, ਕਾਗਜ਼ ਕੱਟਿਆ ਨਹੀਂ ਗਿਆ ਤੇ ਉਹਨਾਂ ਦੇ ਕਹਿਣ ਨੂੰ ਸੱਚਾ ਕਰ ਦਿੱਤਾ ਹੈ। ਹਜ਼ਾਰਾਂ ਲੋਕ ਜਿਹੜੇ ਦੂਰ ਨੇੜੇ ਖੜੇ ਸਨ, ਉਹ ਸਾਰੇ ਖਲੋਤੇ ਹੋਏ ਉਸ ਪਾਸੇ ਵੇਖ ਰਹੇ ਸਨ। ਅਸਚਰਜ ਹੋਇਆ ਹੈ ਕਿ ਸੀਸ ਨਹੀਂ ਲੱਭਾ।
ਕਿਸੇ ਨੇ ਨਹੀਂ ਵੇਖਿਆ ਕਿ ਕਿਸ ਵਿਅਕਤੀ ਨੇ ਉਠਾਇਆ ਹੈ। ਬਹੁਤ ਸਿਪਾਹੀ ਇੱਧਰ ਉੱਧਰ ਭੱਜੇ ਫਿਰਦੇ ਰਹੇ ਹਨ। ਉਹ ਖੋਜ ਰਹੇ ਹਨ, ਪਰ ਕਿਤੇ ਵੀ ਦਿਖਾਈ ਨਹੀਂ ਦਿੱਤਾ। ਸਾਰਿਆਂ ਨੂੰ ਡਰਾ ਕੇ ਬਹੁਤ ਉੱਚੀ ਸੁਣਾਇਆ ਹੈ, ਫਿਰ ਵੀ ਕਿਸੇ ਦੇ ਹੱਥ ਨਹੀਂ ਆਇਆ। ਬਾਅਦ ਵਿੱਚ ਇਕੱਲੇ ਇਕੱਲੇ ਦੀ ਤਲਾਸ਼ੀ ਲਈ ਹੈ ਤੇ ਸਾਰਿਆਂ ਨੂੰ ਜਾਣ ਤੋਂ ਰੋਕਿਆ ਹੈ। ਜਿੰਨੇ ਵੀ ਅਮੀਰ ਗਰੀਬ ਹਨ, ਸਭ ਦੀ ਤਲਾਸ਼ੀ ਲਈ ਹਨ, ਫਿਰ ਵੀ ਸੀਸ ਕਿਤੇ ਨਹੀਂ ਪਾਇਆ। ਜਾਂ ਧਰਤੀ ਵਿੱਚ ਪ੍ਰਵੇਸ਼ ਕਰ ਗਿਆ ਹੈ ਜਾਂ ਤੁਰੰਤ ਆਕਾਸ਼ ਵਿੱਚ ਉੱਡ ਗਿਆ ਹੈ। ਜਦੋਂ ਤੱਕ ਉਹ ਸੀਸ ਧੜ ਨੂੰ ਲੱਗਾ ਰਿਹਾ ਹੈ, ਤਦ ਉਹ ਸਾਰਾ ਦਿਖਾਈ ਦਿੰਦਾ ਸੀ। ਮੈਂ ਜਦ ਹੀ ਆਪਣੇ ਹੱਥ ਵਿੱਚ ਤਲਵਾਰ ਉੱਪਰ ਉਠਾਈ ਤੇ ਧੌਣ ਉੱਤੇ ਮਾਰ ਕੇ ਉਸ ਨੂੰ ਕੱਟਣਾ ਚਾਹੁੰਦਾ ਸੀ, ਸੀਸ ਅਲੋਪ ਹੋ ਗਿਆ। ਫੇਰ ਨਹੀਂ ਵੇਖਿਆ। ਉੱਥੇ ਚਾਰ ਚੁਫੇਰੇ ਹਜ਼ਾਰਾਂ ਲੋਕ ਖੜੇ ਸਨ। ਮੂਰਖ ਬਾਦਸ਼ਾਹ ਭਾਰੀ ਦੁਖੀ ਹੋਇਆ। ਮੈਂ ਇਹ ਛਲ ਸਮਝ ਨਹੀਂ ਸਕਿਆ ਹਾਂ ਤੇ ਨਾ ਹੀ ਇਸ ਬਾਰੇ ਪਹਿਲਾਂ ਵਿਚਾਰ ਕੀਤੀ ਹੈ। ਸਿਰੜ ਨਹੀਂ ਦਿੱਤਾ ਹੈ ਤੇ ਆਪਣਾ ਸਿਰ ਦੇ ਦਿੱਤਾ ਹੈ, ਜਿਨ੍ਹਾਂ ਵਿੱਚ ਵੱਡੀ ਭਾਰੀ ਕਰਾਮਾਤ ਸੀ। ਹੁਣ ਧੜ ਉੱਤੇ ਚੌਕਸੀ ਰੱਖੋ, ਐਸਾ ਨਾ ਹੋਵੇ ਕਿ ਕੋਈ ਛੁਪਾ ਕੇ ਲੈ ਜਾਵੇ। ਨਗਰ ਵਿੱਚ ਢੰਡੋਰਾ ਦੇ ਦਿਓ। ਸੰਗਤ ਵਿੱਚ ਜਿਹੜੇ ਇਹਨਾਂ ਦੇ ਸਿੱਖ ਹਨ, ਉਹ ਲੈ ਜਾਣਗੇ ਤੇ ਸੰਸਕਾਰ ਕਰ ਦੇਣਗੇ, ਜਿਵੇਂ ਹਿੰਦੂਆਂ ਦੀ ਵੱਡੀ ਰੀਤੀ ਹੈ। ਇਸ ਤਰ੍ਹਾਂ ਹੁਕਮ ਕਰਕੇ ਸਾਰਿਆਂ ਨੂੰ ਕਿਹਾ। ਅਸੀਂ ਸਮਝੇ ਨਹੀਂ ਕਿ ਇਸ ਤਰ੍ਹਾਂ ਛਲ ਰਚ ਰੱਖਿਆ ਹੈ। ਮੇਰੇ ਸਿਰ ਤੇ ਭਾਰੀ ਦੋਸ਼ ਦੇ ਕੇ ਸਰੀਰ ਛੱਡਣ ਵਿੱਚ ਕੋਈ ਦੇਰ ਨਹੀਂ ਲਾਈ ਹੈ। ਮੇਰੇ ਕਹਿਣ ਉੱਤੇ ਕਰਾਮਾਤ ਨਹੀਂ ਵਿਖਾਈ। ਬਾਰ-ਬਾਰ ਬਹੁਤ ਆਦਮੀਆਂ ਨੇ ਸਮਝਾਇਆ। ਮੇਰਾ ਮਨ ਹੁਣ ਟਿਕਦਾ ਨਹੀਂ ਹੈ। ਇਹ ਆਫਤ ਵੇਖ ਕੇ ਵੱਡੇ ਹੌਲ ਉੱਠਦੇ ਹਨ। ਖੁਸ਼ਾਮਦੀ ਮਨੁੱਖਾਂ ਨੇ ਸੁਣ ਕੇ ਕਿਹਾ, ਤੁਸੀਂ ਬਹੁਤ ਕਿਹਾ। ਉਹ ਬਿਲਕੁਲ ਨਹੀਂ ਮੰਨੇ ਹਨ। ਪਹਿਲਾਂ ਵੀ ਬਹੁਤ ਕਤਲ ਹੋਏ ਹਨ, ਜਿਹੜੇ ਸ਼ਰ੍ਹਾ ਨਹੀਂ ਸੀ ਮੰਨਦੇ ਤੇ ਉਲਟ ਚੱਲਣ ਵਾਲੇ ਸਨ। ਜਿਹੜੀ ਗੱਲ ਪਹਿਲਾਂ ਬੀਤ ਗਈ ਹੈ, ਉਸ ਉੱਤੇ ਕਿਉਂ ਵਿਚਾਰਨਾ ਹੈ ਅਤੇ ਕਿਉਂ ਪਛਤਾਉਣਾ ਹੈ? ਕਰਾਮਾਤੀ ਹੋਇਆ ਤਾਂ ਫੇਰ ਕੀ ਹੋਇਆ? ਸ਼ਰ੍ਹਾ ਨਹੀਂ ਮੰਨੀ ਹੈ ਤਾਂ ਚੰਗੀ ਸਜ਼ਾ ਪਾਈ ਹੈ। ਹਿੰਦੂ ਤੁਰਕ ਸ਼ਰ੍ਹਾ ਬਗੈਰ ਬਹੁਤ ਹੋਏ ਹਨ। ਸਰਮਦ ਆਦਿ ਵਰਗੇ ਹਜ਼ਾਰਾਂ ਕਤਲ ਕੀਤੇ ਹਨ। ਇਸ ਦੀ ਕੀ ਚਿੰਤਾ ਚਿੱਤ ਵਿੱਚ ਕਰਦੇ ਹੋ? ਤੁਸੀਂ ਦੀਨ ਵਧਾਉਣਾ ਚਾਹੁੰਦੇ ਹੋ। ਲੋਕਾਂ ਦੇ ਕਹੇ ਤੇ ਨੌਰੰਗੇ ਨੇ ਧੀਰਜ ਦਾ ਧਾਰਨ ਕਰ ਲਿਆ। ਫਿਰ ਵੀ ਮਨ ਨੂੰ ਭਾਰੀ ਸ਼ੰਕਿਆ ਨੇ ਫੜ ਲਿਆ ਸੀ। ਨਗਰ ਵਿੱਚ ਢੰਡੋਰਚੀ ਘਰ ਘਰ ਢੋਂਡੀ ਪਿੱਟਦਾ ਫਿਰਦਾ ਸੀ। ਉਸ ਸਮੇਂ ਸਾਰੇ ਸਿੱਖ ਸੁਣਦੇ ਸਨ। ਸਾਰੇ ਬਾਦਸ਼ਾਹ ਦਾ ਬਹੁਤ ਡਰ ਧਾਰਨ ਕਰਦੇ ਸਨ। ਅਸੀਂ ਸਿੱਖ ਸੇਵਕ ਹਾਂ, ਇਹ ਉਚਾਰਨ ਨਹੀਂ ਕਰਾਂਗੇ। ਕਿਸੇ ਨੇ ਵੀ ਗੁਰੂ ਜੀ ਦੇ ਸਰੀਰ ਨੂੰ ਨਾ ਚੁੱਕਿਆ। ਜਿਹੜਾ ਵੀ ਧੜ ਲੈਣ ਜਾਵੇਗਾ, ਉਸ ਨੂੰ ਨੌਰੰਗਾ ਨਿਸ਼ਚੈ ਰੂਪ ਵਿੱਚ ਸਿੱਖ ਸਮਝ ਲਵੇਗਾ ਤੇ ਮਰਵਾ ਦੇਵੇਗਾ। ਘਰ ਘਰ ਦਰਵਾਜ਼ੇ ਲੁਕ ਕੇ ਸਾਰੇ ਇਸਤਰੀ ਪੁਰਸ਼ ਨੌਰੰਗੇ ਨੂੰ ਗਾਲਾਂ ਕੱਢਦੇ ਸਨ। ਸਾਰੇ ਨਗਰ ਵਿੱਚ ਹਾਹਾਕਾਰ ਮਚੀ ਹੋਈ ਸੀ। ਨੌਰੰਗਾ ਅਪਰਾਧੀ, ਪਾਪੀ ਅਤੇ ਹਤਿਆਰਾ ਹੈ, ਜਿਨ੍ਹਾਂ ਦੀ ਸਾਰਾ ਜਗ ਪੂਜਾ ਕਰਦਾ ਹੈ। ਸੇਵਾ ਕਰਕੇ ਸੁੱਖ ਦੀ ਇੱਛਾ ਧਾਰਨ ਕਰਦੇ ਸਨ। ਪੁੱਤਰ ਇਸਤਰੀ ਦੀ ਕਾਮਨਾ ਪਾਉਂਦੇ ਹਨ। ਗੁਰੂ ਜੀ ਜਿਸ ਨੂੰ ਚਾਹੁਣ ਨਰਕ ਪਏ ਨੂੰ ਕੱਢ ਲੈਂਦੇ ਹਨ। ਕਰਾਮਾਤ ਦੇ ਅਪਾਰ ਸਮੁੰਦਰ ਹਨ। ਕਿਸੇ ਨੂੰ ਨਾ ਵਿਖਾਉਣ ਦਾ ਪ੍ਰਣ ਧਾਰਨ ਕੀਤਾ ਹੈ। ਉਹਨਾਂ ਨੇ ਹਿਰਦੇ ਦੇ ਦ੍ਰਿੜ ਆਸ਼ੇ ਨੂੰ ਨਹੀਂ ਸਮਝਿਆ ਹੈ। ਇਸ ਤਰ੍ਹਾਂ ਮੂਰਖ ਨੇ ਪ੍ਰਭੂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ ਹੈ। ਨੌਰੰਗਾ ਜਦ ਇਹ ਜਾਣ ਲਵੇਗਾ ਕਿ ਅਸੀਂ ਗੁਰਸਿੱਖ ਹਾਂ ਤੇ ਪਰਿਵਾਰ ਸਹਿਤ ਸਾਡੇ ਪ੍ਰਾਣ ਕੱਢ ਲਵੇਗਾ। ਇਸ ਤਰ੍ਹਾਂ ਨਿੰਦਿਆ ਕਰਕੇ ਗਾਲਾਂ ਕੱਢਦੇ ਸਨ ਤੇ ਸਾਰੇ ਮਿਲ ਕੇ ਹਾਹਾਕਾਰ ਦਾ ਉਚਾਰਨ ਕਰਦੇ ਸਨ। ਪ੍ਰਗਟ ਨਹੀਂ ਸੀ ਹੁੰਦੇ। ਸਾਰੇ ਲੁਕ ਕੇ ਕਹਿੰਦੇ ਸਨ। ਮੂਰਖ ਨੌਰੰਗੇ ਨੂੰ ਮਨ ਵਿੱਚ ਦੁਸ਼ਟ ਤੇ ਹਠੀ ਸਮਝਦੇ ਸਨ। ਕੋਤਵਾਲੀ ਦੇ ਦਰਵਾਜ਼ੇ ਅੱਗੇ ਧਰਤੀ ਉੱਤੇ ਗੁਰੂ ਜੀ ਦਾ ਧੜ ਪਿਆ ਸੀ। ਜਿੱਥੇ ਗੁਰੂ ਜੀ ਦਾ ਸਰੀਰ ਪਿਆ ਸੀ, ਉੱਥੇ ਹੀ ਹੁਣ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ। ਪਹਿਲਾਂ ਇਹ ਕੋਤਵਾਲੀ ਦਾ ਇੱਕ ਭਾਗ ਸੀ। ਉੱਥੇ ਸ਼ਸਤਰਧਾਰੀ ਸਿਪਾਹੀ ਖੜੇ ਸਨ। ਸਾਰੇ ਇਸਤਰੀ ਪੁਰਸ਼ ਵੇਖ ਵੇਖ ਕੇ ਜਾਂਦੇ ਸਨ। ਹਾਹਾਕਾਰ ਉਚਾਰਨ ਕਰਕੇ ਕਹਿੰਦੇ ਸਨ, ਤੁਰਕਾਂ ਦਾ ਨਾਸ਼ ਹੋ ਜਾਏਗਾ, ਇਹ ਸਥਿਰ ਨਹੀਂ ਰਹਿਣਗੇ। ਉੱਥੇ ਇੱਕ ਲੁਬਾਣਾ ਸਿੱਖ ਰਹਿੰਦਾ ਸੀ, ਜਿਸ ਦੇ ਪਾਸ ਬਹੁਤ ਬਲਦ ਸਨ, ਜਿਹੜੇ ਗਿਣਤੀ ਵਿੱਚ 10,000 ਸਨ, ਤੇ ਉਹ ਆਪਣੇ ਪਾਸ ਬਹੁਤ ਸੇਵਕ ਰੱਖਦਾ ਸੀ। ਗੁਰੂ ਜੀ ਦੀ ਸ਼ਹੀਦੀ ਬਾਰੇ ਸੁਣ ਕੇ ਉਸਨੇ ਬਹੁਤ ਦੁੱਖ ਪਾਇਆ ਅਤੇ ਗੁਰੂ ਜੀ ਦੇ ਸਰੀਰ ਦੇ ਦਰਸ਼ਨ ਕਰਨ ਵਾਸਤੇ ਉਸ ਥਾਂ ਆਇਆ। ਬ੍ਰਿਛ ਦੇ ਥੱਲੇ ਗੁਰੂ ਜੀ ਦਾ ਧੜ ਪਿਆ ਸੀ। ਸਰੀਰ ਨੂੰ ਵੇਖ ਕੇ ਅੱਖਾਂ ਵਿੱਚ ਜਲ ਭਰ ਆਇਆ। ਸੋਚਣ ਲੱਗਾ, ਸਾਨੂੰ ਸਿੱਖਾਂ ਨੂੰ ਵੱਡੀ ਧਿਰਕਾਰ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੀ ਦਸ਼ਾ ਵੇਖੀ ਹੈ। ਪਹਿਲਾਂ ਆਪਣੇ ਪ੍ਰਾਣ ਨਹੀਂ ਦਿੱਤੇ ਹਨ। ਤੁਰਕਾਂ ਦਾ ਡਰ ਮੰਨ ਕੇ ਲੁਕ ਲੁਕ ਕੇ ਚਲੇ ਗਏ ਹਨ। ਡੌਂਡੀ ਨੂੰ ਸੁਣ ਕੇ ਕਿਸੇ ਨੇ ਵੀ ਧੜ ਨੂੰ ਚੁੱਕਣਾ ਨਹੀਂ ਮੰਨਿਆ। ਕਹਿੰਦੇ ਸਨ, ਅਸੀਂ ਸਿੱਖ ਨਹੀਂ,
ਜੇ ਸਿੱਖ ਕਹਾਂਗੇ ਤਾਂ ਕਿਤੇ ਸਾਨੂੰ ਮਾਰ ਹੀ ਨਾ ਦੇਵੇ। ਮੈਂ ਸੰਸਕਾਰ ਕਰਨ ਵਾਸਤੇ ਉਪਾਅ ਕਰਾਂਗਾ, ਜਿਸ ਤਰ੍ਹਾਂ ਕਿ ਕੋਈ ਵੀ ਮਨੁੱਖ ਜਾਣ ਨਾ ਸਕੇ। ਪ੍ਰਗਟ ਕਰਾਂਗਾ ਤਾਂ ਸੰਸਕਾਰ ਨਹੀਂ ਹੋ ਸਕੇਗਾ, ਮੈਨੂੰ ਫੜ ਲੈਣਗੇ ਜਾਂ ਮਾਰ ਦੇਣਗੇ। ਜੇ ਗੁਰੂ ਜੀ ਮੇਰੇ ਸਹਾਇਕ ਹੋਣਗੇ ਤਾਂ ਲੁਕ ਕੇ ਕਿਸੇ ਵੇਲੇ ਵੀ ਉਹਨਾਂ ਦੇ ਧੜ ਨੂੰ ਲੈ ਜਾਵਾਂਗਾ। ਮਨੋਰਥ ਧਾਰ ਕੇ ਆਪਣੇ ਘਰ ਨੂੰ ਗਿਆ। ਅਨੇਕਾਂ ਉਪਾਅ ਸੋਚ ਰਿਹਾ ਸੀ। ਬਹੁਤ ਬਲਦ ਇਕੱਠੇ ਕਰਵਾਏ, ਕਈਆਂ ਗੱਡਿਆਂ ਤੇ ਰੂੰ ਲਦਵਾ ਲਿਆ। ਆਪਣੇ ਸਾਰੇ ਮਨੁੱਖ ਇਕੱਠੇ ਕੀਤੇ, ਮਨ ਵਿੱਚ ਯਤਨ ਕਰਨ ਦਾ ਨਿਰਣਾ ਕੀਤਾ। ਭਰੇ ਹੋਏ ਗੱਡੇ ਸ਼੍ਰੀ ਗੁਰੂ ਜੀ ਦੇ ਧੜ ਵਾਲੇ ਥਾਂ ਪਹੁੰਚਾਏ। ਕੁਝ ਬਹਾਨਾ ਕਰਕੇ ਉਸ ਥਾਂ ਹੀ ਖੜੇ ਕਰ ਦਿੱਤੇ। ਫਿਰ ਬਲਦਾਂ ਦੀ ਵੱਡੀ ਕਤਾਰ ਹਿੱਕ ਦਿੱਤੀ। ਪਹਿਲਾਂ ਉਹ ਜਮਨਾ ਦਰਿਆ ਵਾਲੇ ਪਾਸੇ ਗਏ। ਜਮਨਾ ਦੇ ਕਿਨਾਰੇ ਘਾਟ ਉੱਤੇ, ਜਿੱਥੇ ਨਿਗਮ ਬੋਧ ਨਾਮ ਦਾ ਤੀਰਥ ਹੈ, ਸਾਰੇ ਬਲਦ ਉਸ ਪਾਸੇ ਵੱਲ ਗਏ। ਸੂਰਜ ਦੀ ਪੁੱਤਰੀ ਭਾਵ ਜਮਨਾ ਨਦੀ ਦੇ ਕਿਨਾਰੇ ਕਿਨਾਰੇ ਹੋ ਗਏ। ਨਗਰ ਦੇ ਦਰਵਾਜ਼ੇ ਵਿੱਚ ਫਿਰ ਦਾਖਲ ਹੋ ਗਏ। ਬਹੁਤ ਲੁਬਾਣੇ ਨਾਲ ਲਏ, ਜਿਨ੍ਹਾਂ ਨੇ ਮੋਟੀਆਂ ਲਾਠੀਆਂ ਆਪਣੇ ਮੋਢਿਆਂ 'ਤੇ ਰੱਖੀਆਂ ਹੋਈਆਂ ਸਨ। ਸਾਰੇ ਬਲਦਾਂ ਨੂੰ ਹਿੱਕਣ ਵਾਲੀ ਬੋਲੀ ਬੋਲਦੇ ਸਨ ਤੇ ਇੱਧਰ ਉੱਧਰ ਟੋਲੀਆਂ ਬਣਾ ਕੇ ਬਲਦਾਂ ਨੂੰ ਸਾਂਭ ਰਹੇ ਸਨ। ਜਦ ਤੋਂ ਗੁਰੂ ਜੀ ਨੇ ਭਾਣਾ ਵਰਤਾਇਆ ਸੀ, ਉਸ ਸਮੇਂ ਤੋਂ ਬਹੁਤ ਤੇਜ਼ ਹਨੇਰੀ ਚੱਲ ਰਹੀ ਸੀ। ਮਿੱਟੀ ਘਟਾ ਉੱਡਦਾ ਸੀ ਤੇ ਹਨੇਰਾ ਫੈਲ ਗਿਆ ਸੀ। ਮਿੱਟੀ ਇਸਤਰੀ ਪੁਰਸ਼ਾਂ ਦੀਆਂ ਅੱਖਾਂ ਵਿੱਚ ਪੈ ਰਹੀ ਸੀ। ਲੋਕ ਅੱਖਾਂ ਨੂੰ ਹੱਥਾਂ ਨਾਲ ਮਲ ਰਹੇ ਸਨ। ਕਈ ਲੋਕ ਕੱਪੜਿਆਂ ਨਾਲ ਅੱਖਾਂ ਸਾਫ਼ ਕਰ ਰਹੇ ਸਨ। ਸਭ ਥਾਂ ਗਰਮੀ ਘਟ ਗਈ ਸੀ। ਘੱਟੇ ਮਿੱਟੀ ਨੇ ਸੂਰਜ ਨੂੰ ਢੱਕ ਲਿਆ ਸੀ ਤੇ ਉਸ ਦਾ ਤੇਜ ਮੱਠਾ ਪੈ ਗਿਆ ਸੀ। ਕਈ ਲੋਕ ਘਰਾਂ ਦੇ ਅੰਦਰ ਵੜ ਗਏ ਸਨ ਤੇ ਗੰਦਾ ਦਿਨ ਵੇਖ ਕੇ ਬਾਹਰ ਨਹੀਂ ਸੀ ਨਿਕਲਦੇ। ਬਹੁਤ ਬਲਦ ਜਦ ਬਾਜ਼ਾਰ ਵਿੱਚ ਵੜੇ ਤਾਂ ਬਲਦਾਂ ਦੇ ਚੱਲਣ ਨਾਲ ਬਹੁਤ ਧੂੜ ਪਸਰ ਗਈ ਤੇ ਸਾਰੇ ਹਨੇਰਾ ਹੋ ਗਿਆ। ਇੱਕ ਤਾਂ ਹਨੇਰੀ ਵਗ ਰਹੀ ਸੀ, ਦੂਸਰੀ ਬਲਦਾਂ ਨੇ ਬਹੁਤ ਧੂੜ ਉਡਾਈ। ਬਲਦ ਸਿੱਧੇ ਚੱਲ ਕੇ ਬਾਜ਼ਾਰ ਵੱਲ ਆਏ। ਜਦ ਮਨੁੱਖਾਂ ਨੇ ਬਹੁਤ ਬਲਦ ਵੇਖੇ ਜਿਹੜੇ ਕਾਹਲੀ ਕਾਹਲੀ ਇੱਧਰ ਉੱਧਰ ਭੱਜਦੇ ਸਨ ਤਾਂ ਉਹ ਆਪਣੇ ਆਪ ਨੂੰ ਬਚਾਉਂਦੇ ਸਨ। ਉੱਚੀ ਬੋਲ ਕੇ ਬਲਦਾਂ ਨੂੰ ਮੋੜਦੇ ਸਨ ਤੇ ਕੁਤਵਾਲੀ ਵਾਲੇ ਬਾਜ਼ਾਰ ਨੂੰ ਜਾਂਦੇ ਸਨ, ਜਿੱਥੇ ਦਰੋਗਾ ਤੇ ਸਿਪਾਹੀ ਖੜੇ ਸਨ, ਜਿਹੜੇ ਗੁਰੂ ਜੀ ਦੀ ਲੋਥ ਨੂੰ ਵੇਖ ਰਹੇ ਸਨ। ਬਾਦਸ਼ਾਹ ਦੇ ਕਹਿਣ ਉੱਤੇ ਧੜ ਦਾ ਸੰਸਕਾਰ ਨਹੀਂ ਸੀ ਕੀਤਾ। ਸਿਪਾਹੀ ਰਾਖੀ ਕਰਦੇ ਸਨ, ਇਸ ਕਰਕੇ ਕੋਈ ਛੁਪ ਕੇ ਵੀ ਝੁਕ ਨਾ ਸਕਿਆ। ਜਦ ਦਿਨ ਥੋੜ੍ਹਾ ਰਹਿ ਗਿਆ ਤੇ ਬਲਦਾਂ ਦੀ ਬਹੁਤ ਭੀੜ ਇਕੱਠੀ ਹੋ ਗਈ। ਬਹੁਤ ਲੁਬਾਣੇ ਬਲਦਾਂ ਨੂੰ ਇੱਧਰ ਉੱਧਰ ਕਰ ਰਹੇ ਸਨ ਤੇ ਨੇੜੇ ਪਹੁੰਚ ਕੇ ਗੁਰੂ ਜੀ ਦੇ ਧੜ ਨੂੰ ਵੇਖਿਆ। ਬਲਦਾਂ ਨਾਲ ਮਿਲ ਕੇ ਉੱਥੋਂ ਤੱਕ ਚੱਲ ਕੇ ਆ ਗਏ ਤੇ ਧੜ ਨੂੰ ਚੁੱਕਣ ਵਾਸਤੇ ਹੱਠ ਕੀਤਾ। ਬਲਦਾਂ ਦੀ ਵੱਡੀ ਭੀੜ ਵੇਖ ਕੇ ਰਖਵਾਲਿਆਂ ਨੇ ਆਪਣਾ ਸਥਾਨ ਛੱਡ ਦਿੱਤਾ, ਭਾਵ ਪਾਸੇ ਹਟ ਗਏ, ਕਿਉਂਕਿ ਲੁਬਾਣਿਆਂ ਨੇ ਬਲਦਾਂ ਨੂੰ ਬੇਕਾਬੂ ਵਾਲੀ ਸਥਿਤੀ ਵਾਂਗ ਕਰ ਦਿੱਤਾ ਸੀ। ਰਖਵਾਲੇ ਲੁਬਾਣਿਆਂ ਨੂੰ ਬਹੁਤ ਤਾੜਦੇ ਅਤੇ ਰੋਕਦੇ ਸਨ। ਫਿਰ ਵੀ ਬਹੁਤ ਵੱਡਾ ਰੌਲਾ ਰੱਪਾ ਮਚਿਆ ਹੋਇਆ ਸੀ। ਗੱਡਿਆਂ ਦੇ ਗਾਡੀ ਵਾਣ ਉੱਚੀ ਉੱਚੀ ਬੋਲਦੇ ਸਨ। ਕਈ ਲੁਬਾਣੇ ਉੱਚੀ ਉੱਚੀ ਆਵਾਜ਼ਾਂ ਮਾਰਦੇ ਸਨ। ਘੱਟਾ ਉੱਡਣ ਨਾਲ ਅੱਖਾਂ ਬੰਦ ਹੋ ਗਈਆਂ ਸਨ। ਹਟੋ ਹਟੋ ਦੇ ਸ਼ਬਦ ਬੋਲਦੇ ਉਹ ਧੜ ਦੇ ਪਾਸ ਚਲੇ ਗਏ। ਦਾਅ ਤੱਕ ਕੇ ਸਾਰੇ ਪਾਸੇ ਵੇਖਿਆ। ਗੁਰੂ ਜੀ ਦੀ ਮਾਇਆ ਨੇ ਸਾਰਿਆਂ ਨੂੰ ਭਰਮਾ ਦਿੱਤਾ। ਧੜ ਵਾਲੇ ਪਾਸੇ ਕਿਸੇ ਦੀ ਵੀ ਦ੍ਰਿਸ਼ਟੀ ਨਾ ਗਈ। ਕੁਝ ਮਨੁੱਖਾਂ ਨੇ ਉਸ ਸਮੇਂ ਧੜ ਨੂੰ ਚੁੱਕ ਲਿਆ। ਤੁਰੰਤ ਧੜ ਨੂੰ ਚੁੱਕ ਕੇ ਰੂਹ ਵਾਲੇ ਗੱਡੇ ਪਾਸ ਲਿਆਏ ਤੇ ਭਲੀ ਪ੍ਰਕਾਰ ਵਿੱਚ ਟਿਕਾ ਦਿੱਤਾ। ਬਹੁਤ ਕਾਹਲੀ ਕਾਹਲੀ ਬੁੱਧੀ ਦੀ ਵਰਤੋਂ ਕਰਦੇ ਸਨ ਤੇ ਇੱਧਰ ਉੱਧਰ ਵੇਖ ਕੇ ਧੜ ਨੂੰ ਲੁਕਾਉਂਦੇ ਸਨ। ਧੜ ਨੂੰ ਬਹੁਤ ਰੂਹ ਨਾਲ ਢੱਕ ਦਿੱਤਾ, ਜਿਸ ਪ੍ਰਕਾਰ ਕੇ ਵੇਖਿਆ ਨਾ ਜਾ ਸਕੇ। ਮਨ ਹੀ ਮਨ ਵਿੱਚ ਗੁਰੂ ਜੀ ਦਾ ਸਿਮਰਨ ਕਰਦੇ ਕਹਿੰਦੇ ਸਨ, ਆਪਣਾ ਕਾਰਜ ਗੁਰੂ ਜੀ ਆਪ ਕਰਦੇ ਹਨ। ਫਿਰ ਬੰਦਨਾ ਕਰਕੇ ਹਟ ਕੇ ਚਲੇ ਗਏ ਤੇ ਬਲਦਾਂ ਵਿੱਚ ਇੱਧਰ ਉੱਧਰ ਹੋ ਗਏ। ਬਲਦਾਂ ਦੀ ਕਤਾਰ ਅੱਗੇ ਜਾ ਰਹੀ ਸੀ ਤੇ ਉੱਚੀ ਉੱਚੀ ਬੋਲਦੇ ਹਿੱਕਦੇ ਜਾ ਰਹੇ ਸਨ। ਹਨੇਰੀ ਅਤੇ ਬਲਦਾਂ ਨੇ ਬਹੁਤ ਧੂੜ ਉਡਾਈ ਸੀ। ਸਾਰਿਆਂ ਦੇ ਨੈਣਾਂ ਵਿੱਚ ਘੱਟਾ ਛਾ ਰਿਹਾ ਸੀ। ਨਗਰ ਦਾ ਦਰਵਾਜ਼ਾ ਜਦ ਨਿਕਲ ਗਏ ਤਾਂ ਤਿਆਰ ਹੋਏ ਗੱਡੇ ਅੱਗੇ ਚੱਲਣ ਲੱਗੇ। ਫਿਰ ਸਿਪਾਹੀ ਆ ਕੇ ਵੇਖਣ ਲੱਗੇ ਤਾਂ ਉਹਨਾਂ ਨੇ ਆਪਣੇ ਅੱਗੇ ਸਤਿਗੁਰੂ ਜੀ ਦੇ ਧੜ ਨੂੰ ਨਾ ਵੇਖਿਆ। ਸਾਰਿਆਂ ਦੇ ਵਿੱਚ ਫਿਰ ਰੌਲਾ ਮਚ ਗਿਆ ਤੇ ਸਿਪਾਹੀ ਇੱਧਰ ਉੱਧਰ ਸਭ ਥਾਂ ਵੇਖਣ ਲੱਗੇ। ਉਹਨਾਂ ਨੇ ਮਨ ਵਿੱਚ ਬਹੁਤ ਅਚੰਭਾ ਮੰਨਿਆ, ਇਹ ਕਿਸ ਨੇ ਵੱਡਾ ਧੋਖਾ ਕੀਤਾ ਹੈ। ਕਦੀ ਦੌੜ ਕੇ ਜਾ ਕੇ ਵੇਖਦੇ ਸਨ। ਜਿੰਨੇ ਵੀ ਲੁਬਾਣੇ ਬਲਦਾਂ ਸਹਿਤ ਸਨ, ਇੱਕ ਇੱਕ ਨੂੰ ਫੜ ਫੜ ਤਾੜਦੇ ਸਨ ਤੇ ਵੇਖ ਕੇ ਨਿਰਣਾ ਕਰਕੇ ਛੱਡ ਦਿੰਦੇ ਸਨ। ਉਸ ਤਰ੍ਹਾਂ ਹੀ ਸਾਰੇ ਬਲਦ ਖਾਲੀ ਵੇਖੇ। ਬਾਅਦ ਵਿੱਚ ਫਿਰ ਕੇ ਹੋਰ ਮਨੁੱਖਾਂ ਨੂੰ ਲੱਭਦੇ ਸਨ।
ਇਸ ਤਰ੍ਹਾਂ ਵੇਖਦੇ ਗੱਡਿਆਂ ਪਾਸ ਆਏ। ਜਦ ਗਿਣਦੇ ਸਨ ਤਾਂ ਇੱਕ ਗੱਡਾ ਘੱਟ ਹੋ ਜਾਂਦਾ ਸੀ। ਗੱਡਾਵਾਨਾਂ ਨੂੰ ਝਿੜਕ ਕੇ ਕਹਿੰਦੇ ਸਨ, ਤੁਹਾਡੇ ਵਿੱਚ ਇੱਕ ਗੱਡਾ ਨਹੀਂ ਵੇਖਦੇ ਹਾਂ, ਉਸ ਨੂੰ ਵਿੱਚੋਂ ਕੱਢ ਕੇ ਕਿੱਥੇ ਲੁਕਾਇਆ ਹੈ? ਉਸ ਵਿੱਚ ਤੁਸੀਂ ਗੁਰੂ ਜੀ ਦਾ ਧੜ ਰੱਖਿਆ ਹੈ। ਦੱਸ ਦਿਓ, ਨਹੀਂ ਤਾਂ ਕੈਦ ਕਰਾਂਗੇ ਤੇ ਮਾਰ ਕੇ ਤੁਹਾਡੀ ਜਾਨ ਕੱਢ ਦਿਆਂਗੇ। ਗੱਡੀਵਾਨਾਂ ਨੇ ਗੁਰੂ ਜੀ ਤੇ ਸ਼ਰਧਾ ਧਾਰਨ ਕੀਤੀ। ਇਹਨਾਂ ਪਾਸੋਂ ਗੱਡੇ ਗਿਣੇ ਨਹੀਂ ਜਾਂਦੇ ਹਨ। ਗੁਰੂ ਜੀ ਨੇ ਇਹਨਾਂ ਦੀ ਮੱਤ ਮਾਰ ਦਿੱਤੀ ਹੈ। ਫਿਰ ਉਹਨਾਂ ਨੇ ਨਿਰਭੈ ਹੋ ਕੇ ਕਿਹਾ, ਦੋਸ਼ ਤੋਂ ਬਗੈਰ ਕਿਸ ਦੇ ਪ੍ਰਾਣ ਕੱਢ ਦਿਓਗੇ? ਬਾਦਸ਼ਾਹ ਦੇ ਘਰ ਨਿਆਂ ਹੈ ਕਿ ਨਹੀਂ? ਕਿਸ ਤਰ੍ਹਾਂ ਤੁਸੀਂ ਸਾਨੂੰ ਕੈਦ ਕਰ ਲਵੋਗੇ? ਪਾਸ ਰਹੇ ਹਾਂ, ਅਸੀਂ ਕਿਤੇ ਵੀ ਨਹੀਂ ਗਏ ਹਾਂ। ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਸ ਤਰ੍ਹਾਂ ਹੀ ਭਾਲ ਕਰ ਲਓ। ਗੱਡੇ ਗਿਣਦੇ ਸਨ ਪਰ ਉਹ ਗਿਣੇ ਨਹੀਂ ਸੀ ਜਾਂਦੇ। ਫਿਰ ਵੇਖ ਕੇ ਸਮਝੇ ਕਿ ਇਹ ਸੱਚ ਹੀ ਕਹਿੰਦੇ ਹਨ। ਨਗਰ ਵਿੱਚ ਗਲੀ ਫਿਰ ਕੇ ਵੇਖਿਆ, ਕਿਤੇ ਵੀ ਖੋਜ ਨਾ ਲੱਭਾ। ਉਸ ਸਮੇਂ ਬਹੁਤ ਲੱਭਦੇ ਫਿਰਦੇ ਰਹੇ। ਸਾਰੇ ਗੱਡਾਵਾਨਾਂ ਨੂੰ ਕਿਹਾ ਤੇ ਉਹ ਬਲਦ ਜੋੜ ਕੇ ਗੱਡੇ ਲੈ ਕੇ ਚੱਲ ਪਏ। ਹੌਲੀ ਚੱਲ ਕੇ ਉੱਥੇ ਆ ਗਏ ਜਿੱਥੇ ਸਾਰੇ ਲੁਬਾਣੇ ਮਿਲ ਕੇ ਉਡੀਕ ਕਰ ਰਹੇ ਸਨ। ਗੱਡੇਵਾਨਾਂ ਨੇ ਉਹਨਾਂ ਨੂੰ ਦੱਸਿਆ, ਸਤਿਗੁਰੂ ਜੀ ਆਪ ਸਹਾਇਕ ਬਣੇ ਹਨ। ਕਿਸੇ ਦੁਸ਼ਟ ਨੂੰ ਵੀ ਪਤਾ ਨਹੀਂ ਲੱਗਾ ਹੈ। ਤੁਹਾਡੇ ਪਾਸ ਤੱਕ ਅਸੀਂ ਲੈ ਕੇ ਆਏ ਹਾਂ। ਛੁਪ ਕੇ ਕਿਸੇ ਥਾਂ ਸੰਸਕਾਰ ਕਰ ਦਿਓ। ਦੇਰ ਕਰਨ ਦੀ ਚੰਗੀ ਗੱਲ ਨਹੀਂ। ਤੁਰਕ ਬਹੁਤ ਹੈਰਾਨ ਹਨ ਤੇ ਸਭ ਥਾਂ ਲੱਭਦੇ ਫਿਰਦੇ ਹਨ। ਲੁਬਾਣਿਆਂ ਨੇ ਫਿਰ ਸਲਾਹ ਕੀਤੀ, ਇਸ ਤਰ੍ਹਾਂ ਕਰੀਏ ਜਿਵੇਂ ਪਹਿਚਾਣ ਨਾ ਹੋ ਸਕੇ। ਛੱਪਰਾਂ ਦੇ ਬਹੁਤ ਘਰ ਬਣਾਏ ਸਨ। ਉਹਨਾਂ ਵਿੱਚ ਸਾਰੇ ਰਹਿੰਦੇ ਸਨ। ਉਹਨਾਂ ਵਿੱਚੋਂ ਸਾਰੀਆਂ ਵਸਤਾਂ ਕੱਢ ਲਈਆਂ ਤੇ ਉਹਨਾਂ ਦੇ ਵਿੱਚ ਹੀ ਚਿਖਾ ਚਿਣ ਦਿੱਤੀ। ਬਹੁਤ ਮਨੁੱਖਾਂ ਨੇ ਮਿਲ ਕੇ ਤੁਰੰਤ ਕਾਰਜ ਕਰ ਦਿੱਤਾ। ਸਾਰੇ ਬੜਾ ਪ੍ਰੇਮ ਧਾਰ ਕੇ ਕੰਮ ਕਰ ਰਹੇ ਸਨ। ਉਹਨਾਂ ਨੇ ਸਾਰੇ ਛੱਪਰਾਂ ਨੂੰ ਅੱਗ ਲਾ ਦਿੱਤੀ ਤੇ ਚਿਖਾ ਵਾਲੇ ਛੱਪਰ ਵਿੱਚ ਅੱਗ ਜ਼ਿਆਦਾ ਬਾਲ ਦਿੱਤੀ। ਬਹੁਤ ਲੱਕੜਾਂ ਘਿਓ ਪਾਇਆ ਤੇ ਅੱਗ ਬਾਲਣ ਦੀ ਬਹੁਤ ਉੱਚੀ ਲਾਟ ਉੱਠੀ। ਜਦ ਅੱਧਾ ਧੜ ਅਗਨ ਭੇਟ ਹੋ ਗਿਆ ਤਾਂ ਉਹਨਾਂ ਨੇ ਰੌਲਾ ਪਾ ਦਿੱਤਾ, ਕਿਸੇ ਨੇ ਆ ਕੇ ਸਾਡੇ ਛੱਪਰਾਂ ਨੂੰ ਅੱਗ ਲਾ ਦਿੱਤੀ ਹੈ। ਇੱਧਰ ਉੱਧਰ ਭੱਜੇ ਫਿਰਦੇ ਸਨ, ਮਾਨੋ ਅੱਗ ਬੁਝਾ ਰਹੇ ਸਨ। ਦੂਰ ਕੇ ਨੇੜੇ ਸਭ ਨੇ ਸੁਣਿਆ। ਦੌੜ ਕੇ ਬਹੁਤ ਲੋਕ ਚੱਲ ਕੇ ਆਏ। ਬੁਝਦੀ ਨਹੀਂ ਸੀ। ਬਹੁਤ ਘਰ ਸਾੜ ਦਿੱਤੇ। ਬਹੁਤ ਬਾਲਣ ਇਕੱਠਾ ਕੀਤਾ ਸੀ। ਉਸ ਨੂੰ ਕਿਵੇਂ ਕੱਢ ਸਕਦੇ ਸਨ ਜਿਹੜਾ ਵਿੱਚ ਅਗਨ ਭੇਟ ਹੋ ਗਿਆ ਸੀ। ਇਸ ਤਰ੍ਹਾਂ ਸਾਰਿਆਂ ਵਿੱਚ ਛਲ ਕਰਕੇ ਸਤਿਗੁਰੂ ਜੀ ਦੇ ਧੜ ਦਾ ਚੰਗੀ ਤਰ੍ਹਾਂ ਸੰਸਕਾਰ ਕਰ ਦਿੱਤਾ। ਜਦ ਸਵੇਰ ਹੋਈ ਤਾਂ ਫੁੱਲ ਚੁਣ ਲਏ। ਤਾਂਬੇ ਦੀਆਂ 2 ਗਾਗਰਾਂ ਭਰ ਕੇ ਚੰਗੀ ਤਰ੍ਹਾਂ ਬਹੁਤ ਡੂੰਘਾ ਟੋਆ ਪੁੱਟਿਆ ਤੇ ਚਿਖਾ ਵਾਲੀ ਥਾਂ ਤੇ ਉਹਨਾਂ ਗਾਗਰਾਂ ਨੂੰ ਤੁਰੰਤ ਦੱਬ ਦਿੱਤਾ। ਕੋਈ ਵੀ ਮਾੜੀ ਮੱਤ ਵਾਲਾ ਇਸ ਬਾਰੇ ਨਾ ਜਾਣ ਸਕਿਆ। ਇਸ ਤਰ੍ਹਾਂ ਸਤਿਗੁਰੂ ਜੀ ਦਾ ਸੰਸਕਾਰ ਕੀਤਾ। ਫਿਰ ਬਹੁਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ। ਸਾਰੀ ਸਿੱਖ ਸੰਗਤ ਨੇ ਮਿਲ ਕੇ ਤਿਆਰ ਕੀਤਾ। ਰਬਾਬੀਆਂ ਨੇ ਮਿਲ ਕੇ ਉੱਥੇ ਸ਼ਬਦਾਂ ਦਾ ਗਾਇਨ ਕੀਤਾ ਤੇ ਅਰਦਾਸ ਕਰਕੇ ਸਾਰਿਆਂ ਵਿੱਚ ਕੜਾਹ ਪ੍ਰਸ਼ਾਦ ਵਰਤਾ ਦਿੱਤਾ। ਇਸ ਤਰ੍ਹਾਂ ਸਭ ਰੀਤੀਆਂ ਨਾਲ ਜੋੜ ਮੇਲਾ ਕਰਕੇ ਮਨ ਵਿੱਚ ਪ੍ਰੇਮ ਕਰਕੇ ਬਹੁਤ ਸ਼ਰਧਾ ਧਾਰਨ ਕੀਤੀ। ਚਿਖਾ ਵਾਲੇ ਸਥਾਨ ਤੇ ਛਪਰੀ ਤਿਆਰ ਕਰਵਾਈ ਤੇ ਸਦਾ ਹੀ ਦੀਪਕ ਜਗਾਉਂਦੇ ਰਹੇ। ਜਿਵੇਂ ਹਰਮੰਦਰ ਬਾਅਦ ਵਿੱਚ ਉਚਾਰਿਆ ਗਿਆ। ਅੱਜ ਇਸ ਸਥਾਨ ਤੇ ਜਿਹੜਾ ਕਿ ਦਿੱਲੀ ਵਿੱਚ ਹੈ, ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਲੱਖਾਂ ਹੀ ਸਿੱਖ ਉੱਥੇ ਜਾ ਕੇ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਨ ਤੇ ਗੁਰੂ ਜੀ ਦੀਆਂ ਅਸੀਸਾਂ ਦੇ ਪਾਤਰ ਬਣਦੇ ਹਨ। ਸਾਧ ਸੰਗਤ ਜੀ, ਹਾਲਾਂਕਿ ਇਸ ਗ੍ਰੰਥ ਵਿੱਚ ਉਸ ਸਿੱਖ ਦਾ ਜ਼ਿਕਰ ਨਹੀਂ ਹੈ ਜਿਸ ਸਿੱਖ ਨੇ 9ਵੇਂ ਪਾਤਸ਼ਾਹ ਦਾ ਸੰਸਕਾਰ ਕੀਤਾ ਸੀ। ਆਪ ਜੀ ਦੀ ਗਿਆਤ ਲਈ ਦਾਸ ਆਪ ਜੀ ਨੂੰ ਦੱਸ ਰਿਹਾ ਹੈ ਕਿ ਉਸ ਸਿੱਖ ਦਾ ਨਾਮ ਲੱਖੀ ਸ਼ਾਹ ਵਣਜਾਰਾ ਸੀ ਜਿਸ ਨੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ। ਸੋ ਸਾਧ ਸੰਗਤ ਜੀ, ਇੱਥੇ 12ਵੀਂ ਰਾਸ ਦਾ 67ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।